ਪਹਿਲਾਂ ਤਾਂ ਜੀ ਤੁਹਾਡੇ ਸਾਰਿਆਂ ਦਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਮੈਂ ਅਨਮੋਲ ਬਾਜਵਾ ਹੇਮਕੁੰਟ ਐਜੂਕੇਸ਼ਨ ਐਂਡ ਕੰਸਲਟੈਂਟ ਤੋਂ ਅੱਜ ਤੁਹਾਡੇ ਨਾਲ ਫਿਰ ਤੋਂ ਲਾਏ ਹੋਏ ਹਾਂ ਆਸਟ੍ਰੇਲੀਆ ਦੀ ਬਹੁਤ ਹੀ ਵੱਡੀ ਅਪਡੇਟ ਲੈ ਕੇ। ਦ ਬਿਗੇਸਟ ਅਪਡੇਟ ਆਫ ਆਸਟ੍ਰੇਲੀਆ ਇਨ 2021। ਮੈਂ ਲਾਸਟ ਅਪਡੇਟ ਵੀ ਲੈ ਕੇ ਹਾਜ਼ਰ ਹੋਇਆ ਸਾਂ, ਬਟ ਜੋ ਅੱਜ ਦੀ ਅਪਡੇਟ ਹੈਗੀ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਜਿਹਨੇ ਲਾਸਟ ਅਪਡੇਟ ਵੇਖਣੀ ਉਹ ਮੇਰੇ ਪੇਜ ਤੇ ਜਾ ਕੇ ਵੇਖ ਸਕਦਾ, ਪਰ ਅੱਜ ਦੀ ਅਪਡੇਟ ਵੇਖੇ ਬਗੈਰ ਤੁਸੀਂ ਇੱਥੋਂ ਜਾਣਾ ਨਾ। ਤੇ ਇਹ ਪਲੀਜ਼ ਵੀਡੀਓ ਐਂਡ ਤੱਕ ਵੇਖੋ, ਕਿਉਂਕਿ ਹੁਣ ਇੰਟਰਨੈਸ਼ਨਲ ਸਟੂਡੈਂਟ ਇੰਡੀਆ ਤੋਂ ਉਹਨਾਂ ਦਾ ਮੇਨ ਰੋਲ ਸ਼ੁਰੂ ਹੁੰਦਾ ਹੈ ਆਸਟ੍ਰੇਲੀਆ ਜਾਣ ਵਾਸਤੇ। ਅਗਰ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਅਗਰ ਤੁਹਾਨੂੰ ਵੀ ਉਡੀਕ ਹੈਗੀ ਕਿ ਜਦੋਂ ਜਲਦੀ ਤੋਂ ਜਲਦੀ ਫਲਾਈਟਾਂ ਚੱਲਣ ਤੇ ਅਸੀਂ ਆਸਟ੍ਰੇਲੀਆ ਦੀ ਫਲਾਈਟ ਚੜੀਏ ਤੇ ਹੁਣ ਆਸਟ੍ਰੇਲੀਆ ਪਹੁੰਚੀ, ਸਾਡੇ ਤੋਂ ਹੁਣ ਹੋਰ ਵੇਟ ਨਹੀਂ ਹੁੰਦੀ। ਹੁਣ ਬਹੁਤ ਕੋਵਿਡ 19 ਹੋ ਗਿਆ, ਹੁਣ ਆਪਾਂ ਆਸਟ੍ਰੇਲੀਆ ਜਾਣਾ ਤੇ ਤੁਹਾਡੇ ਵਾਸਤੇ ਇਹ ਵੀਡੀਓ ਹੈ। ਤੁਸੀਂ ਇਹ ਵੀਡੀਓ ਐਂਡ ਤੱਕ ਵੇਖੋ, ਇਹ ਬਹੁਤ ਹੀ ਵੱਡੀ ਖੁਸ਼ਖਬਰੀ ਵਾਲੀ ਵੀਡੀਓ ਹੈ। ਇੰਟਰਨੈਸ਼ਨਲ ਸਟੂਡੈਂਟ 1 ਸਾਲ ਤੋਂ ਇੰਟਰਨੈਸ਼ਨਲ ਸਟੂਡੈਂਟ ਵੇਟ ਕਰ ਰਿਹਾ ਕਦੋਂ ਬਾਰਡਰ ਖੁੱਲਣਗੇ। ਤੇ ਹੁਣ ਮੇਨ ਗੱਲ ਸੁਣੋ ਕਿ ਇੰਟਰਨੈਸ਼ਨਲ ਸਟੂਡੈਂਟ ਨੇ ਇੱਕ ਪਾਰਲੀਮੈਂਟਰੀ ਪਟੀਸ਼ਨ ਰਜਿਸਟਰ ਕੀਤੀ ਹੈ ਤਾਂ ਕਿ ਸਟੂਡੈਂਟ ਨੂੰ ਐਗਜ਼ੰਪਸ਼ਨ ਮਿਲ ਸਕੇ ਆਸਟ੍ਰੇਲੀਆ ਟਰੈਵਲ ਕਰਨ ਵਾਸਤੇ। ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ, ਪਾਰਲੀਮੈਂਟ ਦੇ ਵਿੱਚ ਇੱਕ ਐਗਜ਼ੰਪਸ਼ਨ ਪਾ ਦਿੱਤੀ ਗਈ ਹੈ ਇੰਟਰਨੈਸ਼ਨਲ ਸਟੂਡੈਂਟ ਨੇ ਤਾਂ ਕਿ ਉਹਨਾਂ ਨੂੰ ਮਿਲ ਸਕੇ ਆਸਟ੍ਰੇਲੀਆ ਟਰੈਵਲ ਕਰਨ ਵਾਸਤੇ। ਐਗਜ਼ੰਪਸ਼ਨ ਹੁਣ ਤੱਕ ਸਿਰਫ ਰੈਜ਼ੀਡੈਂਟ ਨੂੰ ਮਿਲੀ ਹੋਈ ਹੈ ਜਾਂ ਫਿਰ ਡਿਪੈਂਡੈਂਟ ਵੀਜ਼ਾ ਵਾਲਿਆਂ ਨੂੰ ਮਿਲੀ ਹੋਈ ਹੈ ਆਸਟ੍ਰੇਲੀਆ ਟਰੈਵਲ ਕਰਨ ਵਾਸਤੇ। ਜਦੋਂ ਦੀ ਕੋਵਿਡ 19 ਆਇਆ ਹੈ ਉਦੋਂ ਦੀ ਸਿਰਫ 63 ਸਟੂਡੈਂਟਸ ਨੇ ਜੋ ਆਸਟ੍ਰੇਲੀਆ ਟਰੈਵਲ ਕੀਤੇ ਨੇ, ਉਹ ਵੀ ਸਿਰਫ ਪਾਇਲਟ ਪ੍ਰੋਗਰਾਮ ਦੇ ਵਿੱਚ। ਉਸ ਤੋਂ ਬਾਅਦ ਆਪਾਂ ਤੇ ਕੋਈ ਦੇਖਿਆ ਨਹੀਂ ਹੈਗਾ ਵੀ ਹੋਰ ਵੀ ਕੋਈ ਟਰੈਵਲ ਕੀਤਾ ਆਸਟ੍ਰੇਲੀਆ ਦੇ ਵਿੱਚ। ਐਡੀਲੇਡ ਦਾ ਸੀ 300 ਸਟੂਡੈਂਟ ਨੂੰ ਬੁਲਾਉਣ ਵਾਸਤੇ ਪ੍ਰੋਗਰਾਮ, ਬਟ ਉਹ ਵੀ ਹੁਣ ਤੱਕ ਡਿਲੇ ਹੋਇਆ ਪਿਆ। ਫਾਈਨਲੀ ਸਟੂਡੈਂਟ ਦੀ ਤਰਫ ਵੀ ਵੇਖਿਆ ਜਾਏ ਬਈ ਅਸੀਂ ਵੀ ਵੇਟ ਕਰ ਰਹੇ ਹਾਂ, ਅਸੀਂ ਵੀ ਫੀਸ ਭਰੀਏ, ਅਸੀਂ ਫੀਸ ਭਰੀਏ, ਅਸੀਂ ਕੋਈ ਵਿਹਲੇ ਨਹੀਂ ਬੈਠੇ, ਅਸੀਂ ਵੀ ਆਸਟ੍ਰੇਲੀਆ ਆਣਾ ਹੈ, ਅਸੀਂ ਵੀ ਫੇਸ ਟੂ ਫੇਸ ਕਲਾਸਿਸ ਲਗਾਉਣੀਆਂ ਤੇ ਸਾਡੇ ਵੱਲ ਵੇਖੋ ਤੇ ਸਾਨੂੰ ਵੀ ਆਸਟ੍ਰੇਲੀਆ। ਤੁਸੀਂ ਪਟੀਸ਼ਨ ਦਰਜ ਕਰਨੀ ਹੈ, ਉਹਦਾ ਲਿੰਕ ਤੁਹਾਨੂੰ SBS ਪੰਜਾਬੀ ਦੀ ਸਾਈਟ ਤੋਂ ਵੀ ਮਿਲ ਜਾਏਗਾ, ਜੋ ਉਹਨਾਂ ਦੀ ਨਿਊਜ਼ ਹੈਗੀ ਹੈ SBS ਪੰਜਾਬੀ, ਉੱਥੋਂ ਵੀ ਮਿਲ ਜਾਏਗਾ। ਤੇ ਬਾਕੀ ਮੈਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹਦਾ ਲਿੰਕ ਛੱਡ ਦੇਵਾਂਗਾ ਤਾਂ ਕਿ ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਵੱਧ ਤੋਂ ਵੱਧ ਸਾਈਨ ਇਨ ਕਰੋ, ਕਿਉਂਕਿ ਆਸਟ੍ਰੇਲੀਆ ਨੇ ਕਿਹਾ ਹੈ ਕਿ 10 ਫਰਵਰੀ ਤੱਕ ਅਗਰ 12,000 ਸਾਈਨ ਇਨ ਹੋ ਗਏ ਤੇ ਅਸੀਂ ਇੰਟਰਨੈਸ਼ਨਲ ਸਟੂਡੈਂਟ ਦੇ ਬਾਰੇ ਸੋਚਾਂਗੇ, ਉਹਨਾਂ ਨੂੰ ਆਸਟ੍ਰੇਲੀਆ 'ਚ ਆਉਣ ਦੀ ਐਗਜ਼ੰਪਸ਼ਨ ਦੇਵਾਂਗੇ। ਤੇ ਹੁਣ ਸਭ ਤੁਹਾਡੇ ਉੱਤੇ ਖੇਲ ਹੈ ਸਾਰਾ ਕਿ ਤੁਸੀਂ ਕਿੰਨੇ ਤੋਂ ਵੱਧ ਐਗਜ਼ੰਪਸ਼ਨ ਕਰ ਸਕਦੇ ਹੋ, ਕਿੰਨੇ ਤੋਂ ਕਿੰਨੇ ਵੱਧ ਤੋਂ ਵੱਧ ਸਾਈਨ ਇਨ ਕਰ ਸਕਦੇ ਚਾਹੀਦੀ ਹੈ। ਤੇ ਹੁਣ ਤੁਸੀਂ ਆਪਣੇ ਲਈ ਕਰਨਾ, ਤੁਸੀਂ ਆਪਣੇ ਲਈ ਆਸਟ੍ਰੇਲੀਆ ਜਾਣਾ, ਕਿਸੇ ਹੋਰ ਲਈ ਆਸਟ੍ਰੇਲੀਆ ਨਹੀਂ ਜਾਣਾ। ਤੇ ਹੁਣ ਮੈਂ ਤੁਹਾਨੂੰ ਦੱਸਣਾ ਕਿ ਪਟੀਸ਼ਨ ਦੇ ਵਿੱਚ ਕੀ ਲਿਖਿਆ ਹੈ। ਹੁਣ ਤੁਸੀਂ ਸੁਣੋ ਕਿ ਪਟੀਸ਼ਨ ਦੇ ਵਿੱਚ ਕੀ ਲਿਖਿਆ ਹੈ। ਪਟੀਸ਼ਨ ਦੇ ਵਿੱਚ ਲਿਖਿਆ ਕਿ ਇੰਟਰਨੈਸ਼ਨਲ ਸਟੂਡੈਂਟ ਨੇ ਉਹ ਬਹੁਤ ਸਫਰ ਕਰ ਰਹੇ ਨੇ ਇਸ ਟਰੈਵਲ ਬੈਨ ਨੂੰ ਲੈ ਕੇ, 1 ਸਾਲ ਤੋਂ ਸਫਰ ਕਰ ਰਹੇ ਨੇ। ਕਾਫੀ ਬੱਚਿਆਂ ਕੋਲ ਆਨਲਾਈਨ ਪੜਨ ਦਾ ਸੋਰਸ ਨਹੀਂ ਹੈਗਾ, ਉਹਨਾਂ ਨੇ ਪੈਸੇ ਭਰੇ ਹੋਏ ਨੇ ਪਰ ਆਨਲਾਈਨ ਪੜ ਨਹੀਂ ਸਕਦੇ, ਸੋਰਸ ਹੀ ਨਹੀਂ ਹੈਗਾ ਪੜਨ ਦਾ। ਤੇ ਉਹਨਾਂ ਦੇ ਹਿਊਮਨ ਰਾਈਟਸ ਡਿਪਰਾਈਵ ਹੋ ਰਹੇ ਨੇ। ਉਹ ਤੇ ਉਹਨਾਂ ਦੇ ਪੇਰੈਂਟਸ ਨੇ ਵੀ ਆਪਣੀ ਸੈਲਰੀ ਇਕੱਠੀ ਕਰ ਕਰਕੇ, ਆਪਣੀ ਸੇਵਿੰਗ ਕਰਕੇ ਫੀਸ ਭਰੀ ਤਾਂ ਕਿ ਤਾਂ ਕਿ ਸਾਡਾ ਬੱਚਾ ਆਸਟ੍ਰੇਲੀਆ ਜਾਏਗਾ, ਉੱਥੇ ਪੜ੍ਹੇਗਾ, ਉੱਥੇ ਕਮਾਏਗਾ। ਫੇਸ ਟੂ ਫੇਸ ਆਨਲਾਈਨ ਨਹੀਂ ਪੜ੍ਹਨਾ, ਆਪਾਂ ਆਫਲਾਈਨ ਕੈਂਪਸ ਪੜ੍ਹਨਾ ਹੈ, ਉਸ ਵਾਸਤੇ ਆਪਾਂ ਫੀਸ ਭਰੀ ਹੈ। ਜ਼ਿਆਦਾ ਤੋਂ ਜ਼ਿਆਦਾ ਹੁਣ ਜੋ ਇੰਟਰਨੈਸ਼ਨਲ ਸਟੂਡੈਂਟ ਹੈਗਾ, ਉਹ ਜਾਂ ਕੋਈ ਵੀ ਲਾ ਲਓ, ਇੰਡੀਆ ਤੋਂ ਹੈਗਾ, ਪਾਕਿਸਤਾਨ ਤੋਂ ਹੈਗਾ, ਜਿੱਧਰੋਂ ਮਰਜ਼ੀ ਲਾ ਲਓ, ਉਹ ਇੱਥੋਂ ਤੱਕ ਵੀ ਤਿਆਰ ਹੋ ਗਿਆ ਕਿ ਆਪਾਂ ਕੁਆਰੰਟੀਨ ਵੀ ਹੋਣ ਨੂੰ ਤਿਆਰ ਆ ਆਪਣੇ ਪੈਸੇ ਦੇ ਉੱਤੇ। ਪਰ ਜੋ ਹੁਣ ਗੱਲ ਹੈਗੀ, ਉਹਨਾਂ ਨੇ ਕਿਹਾ ਵੀ ਕੁਆਰੰਟੀਨ ਜੋ ਹੈਗਾ ਸਾਨੂੰ ਹੋਸਟਲ ਦੇ ਵਿੱਚ ਕੀਤਾ ਜਾਏ। ਆਪਾਂ ਹੋਸਟਲ ਦੀ ਫੀ ਪੇ ਕੀਤੀ ਹੈ, ਆਪਾਂ ਐਕੋਮੋਡੇਸ਼ਨ ਦੀ ਫੀ ਪੇ ਕੀਤੀ। ਤੁਹਾਨੂੰ ਇੱਕ ਮਜ਼ੇ ਦੀ ਗੱਲ ਮੈਂ ਦੱਸਣਾ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਤੱਕ 40,000 ਟਰੈਵਲਸ ਹੋ ਚੁੱਕੇ ਨੇ ਫਰੋਮ ਆਊਟਸਾਈਡ ਆਸਟ੍ਰੇਲੀਆ, ਜਿਨ੍ਹਾਂ ਵਿੱਚੋਂ 38,000 ਨੇ ਉਹ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨਸ ਆਏ ਨੇ ਤੇ ਬਾਕੀ 40,000 ਉਹ ਆਸਟ੍ਰੇਲੀਆ 'ਚ ਗਏ ਨੇ। ਤੁਸੀਂ ਇੱਥੋਂ ਇੱਕ ਚੀਜ਼ ਵੇਖ ਸਕਦੇ ਹੋ ਕਿ ਅਗਰ 38,000 ਆਸਟ੍ਰੇਲੀਆ ਦੇ ਵਿੱਚ ਆ ਰਹੇ ਨੇ ਤੇ ਉੱਥੇ ਹੀ 40,000 ਆਸਟ੍ਰੇਲੀਆ ਤੋਂ ਬਾਹਰ ਵੀ ਜਾ ਰਹੇ ਨੇ। ਤੇ ਫਿਰ ਜੋ ਬਾਹਰ ਗਏ 40,000 ਉਹ ਆਸਟ੍ਰੇਲੀਆ ਵਿੱਚ ਆਉਣ ਵਾਸਤੇ ਫਿਰ ਟਿਕਟਾਂ ਬੁੱਕ ਕਰਾਈ ਜਾ ਰਹੇ ਨੇ। ਤੇ ਫਿਰ ਆਹ ਤੇ ਪ੍ਰੋਸੈਸ ਚੱਲਦਾ ਰਹੇਗਾ, ਇਹ ਤੇ ਨੋਨ ਐਂਡਿੰਗ ਪ੍ਰੋਸੈਸ ਹੈਗਾ, ਇਹ ਤੇ ਕਦੀ ਪ੍ਰੋਸੈਸ ਰੁਕਣ ਹੀ ਨਹੀਂ ਵਾਲਾ। ਤੇ ਇਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਗਿਆ ਕਿੱਥੇ? ਇੰਟਰਨੈਸ਼ਨਲ ਸਟੂਡੈਂਟ ਤੇ ਫਿਰ ਰਹਿ ਗਿਆ ਵਿੱਚ, ਬਈ ਉਹ ਕੀ ਕਰੇਗਾ? ਉਹ ਤੇ ਫਿਰ ਆਪਣੇ ਮੱਥੇ ਤੇ ਹੱਥ ਮਾਰ ਕੇ ਰਹਿ। ਇੱਕ ਪਟੀਸ਼ਨ ਦਰਜ ਹੋਈ ਹੈ ਤੇ ਮੈਂ ਇਹਦਾ ਬਹੁਤ ਹੀ ਜ਼ਿਆਦਾ ਵੈਲਕਮ ਕਰਨਾ, ਮੈਂ ਬਹੁਤ ਜ਼ਿਆਦਾ ਐਡਮਾਇਰ ਕਰਨਾ ਇਸ ਚੀਜ਼ ਨੂੰ ਕਿ ਕਿਸੇ ਨੇ ਤੇ ਕਿਸੇ ਪਟੀਸ਼ਨ ਦਰਜ ਕਰਾਈ ਹੈ। ਤੇ ਇਹ ਬਹੁਤ ਹੀ ਮੈਂ ਕਹਿੰਦਾ ਹੈਲਪਫੁਲ ਹੋਏ ਤੇ ਇੰਟਰਨੈਸ਼ਨਲ ਸਟੂਡੈਂਟ ਨੂੰ ਬਹੁਤ ਹੀ ਜਲਦੀ ਆਸਟ੍ਰੇਲੀਆ ਆਉਣ ਦਾ। ਮੈਂ ਤੁਹਾਨੂੰ ਲੈ ਕੇ ਜਾ ਰਿਹਾ ਸਿੱਧਾ SBS ਦੀ ਸਾਈਟ ਦੇ ਉੱਤੇ ਕਿ ਉਹ ਪਟੀਸ਼ਨ ਕਿਹੜੀ ਹੈ ਤੇ ਉਸ ਪਟੀਸ਼ਨ ਦੇ ਵਿੱਚ ਕੀ ਹੈਗਾ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸਾਨੂੰ 12,000 ਸਿਗਨੇਚਰ ਚਾਹੀਦੇ ਨੇ 10 ਫਰਵਰੀ ਤੱਕ।
ਤੇ ਹੁਣ ਤੁਸੀਂ ਜਿਵੇਂ ਕਿ ਮੇਰੀ ਸਕਰੀਨ ਤੇ ਵੇਖ ਰਹੇ ਹੋ, ਮੈਂ ਤੁਹਾਨੂੰ ਉੱਥੇ ਲਾਇਆ ਵਾਂ ਜਿੱਥੇ ਕਿ ਇਹ ਪਟੀਸ਼ਨ ਦਾ ਸੋਰਸ ਹੈਗਾ, ਪੂਰੀ ਡਿਟੇਲ ਹੈਗੀ। SBS ਨਿਊਜ਼ ਦਾ ਸੋਰਸ ਹੈਗਾ ਤੇ ਲਿਖਿਆ 1000 ਸਾਈਨ ਨਿਊ ਪਟੀਸ਼ਨ ਕਾਲਿੰਗ ਫॉर ਇੰਟਰਨੈਸ਼ਨਲ ਸਟੂਡੈਂਟਸ ਟੂ ਬੀ ਅਲਾਉਡ ਬੈਕ ਇਨਟੂ ਆਸਟ੍ਰੇਲੀਆ। ਤੁਸੀਂ ਇਹ ਪਟੀਸ਼ਨ ਪੜ੍ਹ ਸਕਦੇ ਹੋ, ਮੈਂ ਇਹਦਾ ਸੋਰਸ ਵੀ ਤੁਹਾਨੂੰ ਲਿੰਕ ਕੇ ਦੇ ਦੇਵਾਂਗਾ। ਤੇ ਇਹਦਾ ਦੇਖੋ ਬਾਈ ਫਰਾਈਡੇ ਈਵਨਿੰਗ ਇਹ ਪਟੀਸ਼ਨ ਦਰਜ ਹੋਣੀ ਚਾਹੀਦੀ ਹੈ। ਹੈਡ ਰਿਸੀਵਡ ਇਹਨੇ 3600 ਸਿਗਨੇਚਰ ਹੁਣ ਫਰਾਈਡੇ ਤੱਕ ਰਿਸੀਵ ਵੀ ਕਰ ਲਏ ਨੇ। ਸਾਨੂੰ 12000 ਸਿਗਨੇਚਰ ਚਾਹੀਦੇ ਨੇ ਆਪਣੇ ਇੰਟਰਨੈਸ਼ਨਲ ਸਟੂਡੈਂਟ ਨੂੰ ਟਰੈਵਲ ਦੀ ਐਗਜ਼ੰਪਸ਼ਨ ਦਿਵਾਉਣ ਵਾਸਤੇ। ਕਲੀਅਰਲੀ ਰਿਟਨ ਹੈ ਇੰਟਰਨੈਸ਼ਨਲ ਸਟੂਡੈਂਟ suffer terribly from the travel ban. The petition reads, petition read ਕਰ ਲਓ, clearly ਲਿਖਿਆ ਹੈ lots of students do not have online classes and they have to be exempted to enter Australia to bracket go to ਲਿਖਿਆ school as possible as soon. Our human rights of attending schools are being deprived. ਸਾਤੋਂ ਸਾਡੀ ਹਿਊਮਨ ਰਾਈਟਸ ਨੂੰ ਛੀਨਿਆ ਜਾ ਰਿਹਾ ਹੈ, ਸਾਤੋਂ ਸਾਡੀ ਹਿਊਮਨ ਰਾਈਟ ਨੂੰ ਖੋਇਆ ਜਾ ਰਿਹਾ ਹੈ। ਲੀਡਸ ਆਵਰ ਫੈਮਿਲੀ ਟੂ ਹੌਰੀਬਲ ਮੈਂਟਲ ਇਲਨੈਸ, ਸਾਡੇ ਪਰਿਵਾਰ ਨੂੰ ਦਿਮਾਗੀ ਤੌਰ ਤੇ ਬਹੁਤ ਹੀ ਜ਼ਿਆਦਾ ਦਿੱਕਤ ਫੇਸ ਕਰਨੀ ਪਾ। ਵੀ ਡੂ ਨਾਟ ਪੇ ਆਵਰ ਫੈਮਿਲੀ ਸੇਵਿੰਗਸ ਫॉर ਵੀਡੀਓ ਲੈਸਨ ਔਰ ਰੈਂਟ ਔਰ ਹਾਊਸ ਵਿਚ ਵੀ ਕੈਨ ਨੋਟ ਈਵਨ ਲਿਵ ਇਨ। ਆਪਾਂ ਆਪਣੇ ਪੈਸੇ ਇਸ ਵਾਸਤੇ ਨਹੀਂ ਪੇ ਕੀਤੇ, ਆਪਾਂ ਆਨਲਾਈਨ ਪੜ੍ਹੀ। ਜੇ ਆਨਲਾਈਨ ਪੇ ਕਰਨਾ ਸੀ ਆਪਾਂ ਕੁਝ ਹੋਰ ਹੀ ਦੇਖ ਲੈਂਦੇ। ਆਪਾਂ ਆਪਣੇ ਪੈਸੇ ਇਸ ਵਾਸਤੇ ਪੇ ਕੀਤੇ ਨੇ ਵੀ ਆਪਾਂ ਆਫਲਾਈਨ ਔਨ ਕੈਂਪਸ ਆ ਕੇ ਪੜ੍ਹਨਾ ਹੈ। ਆਪਾਂ ਪਾਗਲ ਨਹੀਂ ਬੈਠੇ ਇੱਥੇ ਇੰਡੀਆ ਦੇ ਵਿੱਚ ਆਪਾਂ ਆਨਲਾਈਨ ਪੜ੍ਹੀ ਜਾ ਰਹੇ ਹਾਂ ਆਪਣੇ ਕੋਰਸ ਨੂੰ ਬਾਰ-ਬਾਰ। ਓਵਰਸੀਜ਼ ਸਟੂਡੈਂਟਸ ਪ੍ਰੋਵਾਈਡਡ $10 billion to Australian universities in 2019 and made up just under a third all universities income, which totaled $36.5 billion. ਸੋ ਤੁਹਾਨੂੰ ਮੈਂ ਹੁਣ ਡਾਇਰੈਕਟਲੀ ਲੈ ਕੇ ਜਾ ਰਿਹਾ ਉਸ ਪਟੀਸ਼ਨ ਵਾਲੇ ਪੇਜ ਤੇ ਕਿ ਤੁਸੀਂ ਕਿਵੇਂ ਉਸ ਪਟੀਸ਼ਨ ਨੂੰ ਸਾਈਨ ਇਨ ਕਰਨਾ ਹੈ। ਇਹਦੇ ਵਿੱਚ ਥੋੜੀ ਦੇਰ ਲੱਗ ਸਕਦੀ ਹੈ ਪਰ ਤੁਸੀਂ ਬਾਰ-ਬਾਰ ਰਿਫਰੈਸ਼, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਡਾ ਪਟੀਸ਼ਨ ਵਾਲਾ ਪੇਜ ਖੁੱਲ ਚੁੱਕਿਆ ਹੈ। ਪਟੀਸ਼ਨ EN 2217 ਐਕਸੈਂਪਟ ਇੰਟਰਨੈਸ਼ਨਲ ਸਟੂਡੈਂਟਸ, ਸਾਰਾ ਲਿਖਿਆ ਹੋਇਆ ਪਟੀਸ਼ਨ ਦੇ ਬਾਰੇ ਤੁਸੀਂ ਪੜ੍ਹ ਸਕਦੇ ਹੋ। ਨੰਬਰ ਆਫ ਸਿਗਨੇਚਰ ਹੁਣ ਤੱਕ 7399 ਸਿਗਨੇਚਰ ਹੋ ਚੁੱਕੇ ਨੇ। ਬਹੁਤ ਹੀ ਵਧੀਆ ਗੱਲ ਹੈ ਦੋਸਤੋ, ਜਿੰਨੇ ਵੱਧ ਤੋਂ ਵੱਧ ਸਿਗਨੇਚਰ ਓਨੀ ਵੱਧ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟ ਦਾ ਦਬਾਅ ਪਏਗਾ ਆਸਟ੍ਰੇਲੀਆ ਦੇ ਉੱਤੇ। ਕਲੋਜ਼ਿੰਗ ਡੇਟ ਆਫ ਸਿਗਨੇਚਰ ਹੈਗੀ 10 ਫਰਵਰੀ 2021 11:60 PM AEST। ਦੱਸ ਰਿਹਾ ਕਿ ਤੁਸੀਂ ਹੁਣ ਇਹ ਪਟੀਸ਼ਨ ਕਿਵੇਂ ਸਾਈਨ ਇਨ ਕਰਨੀ ਹੈ। ਉਸ ਤੋਂ ਬਾਅਦ ਇੱਥੇ ਆਈ ਐਗਰੀ ਕਰ ਦੋ ਤੇ ਹੁਣ ਇੱਥੋਂ ਕਰ ਦੋ ਸਾਈਨ ਇਨ। ਕਨਫਰਮ ਆਪਾਂ ਇੱਥੇ ਕਰਤੀ ਕਨਫਰਮ। ਥੋੜੀ ਲੋਡਿੰਗ ਚੱਕ ਰਿਹਾ, ਮੈਂ ਤੁਹਾਨੂੰ ਇੱਕ ਵਾਰੀ ਫਿਰ ਕਹਿ ਰਿਹਾ ਰਿਫਰੈਸ਼ ਨਹੀਂ ਕਰਨਾ, ਨਹੀਂ ਤੇ ਸਾਰਾ ਪ੍ਰੋਸੈਸ ਤੁਹਾਨੂੰ ਦੁਬਾਰਾ ਤੋਂ ਕਰਨਾ ਪਏਗਾ ਤੇ ਫਿਰ ਤੁਹਾਨੂੰ ਦਿੱਕਤ ਹੀ। ਹੁਣ ਸਾਡਾ ਅਗਲਾ ਪੇਜ ਖੁੱਲ ਚੁੱਕਿਆ ਪਟੀਸ਼ਨ ਦਾ, ਸਾਈਨਿੰਗ ਪਟੀਸ਼ਨ ਕਨਫਰਮੇਸ਼ਨ 1 ਮੋਰ ਸਟੈਪ। ਹੁਣ ਅਗਲੇ ਸਟੈਪ ਵਾਸਤੇ ਕੀ ਲਿਖਿਆ, ਥੈਂਕ ਯੂ ਫॉर ਕੰਪਲੀਟਿੰਗ ਦਾ ਫਰਸਟ ਸਟੈਪ ਇਨ ਸਾਈਨਿੰਗ ਐਨ ਈ ਪਟੀਸ਼ਨ। There is one more step that you need to do. Check the email account used to verify your email and check the link in an email to sign the petition. Your signature is not valid until you click the link which is valid for 8। ਹੁਣ ਮੈਂ ਤੁਹਾਨੂੰ ਡਾਇਰੈਕਟਲੀ ਲੈ ਆਇਆ ਵਾਂ ਆਪਣੀ ਈਮੇਲ ਤੇ ਜਿੱਥੇ ਮੈਨੂੰ ਪਟੀਸ਼ਨ ਦਾ ਲਿੰਕ ਆਇਆ। ਹੁਣ ਤੁਸੀਂ ਦੇਖ ਰਹੇ ਹੋ ਪਟੀਸ਼ਨ ਦਾ ਲਿੰਕ ਮੈਂ ਕਲਿੱਕ ਕਰ ਲਿਆ। ਕਲਿੱਕ ਹੇਅਰ ਟੂ ਕਨਫਰਮ। ਮੈਂ ਡਾਇਰੈਕਟਲੀ ਆ ਚੁੱਕਿਆ ਹੁਣ ਇੱਥੇ ਜਿੱਥੇ ਮੈਂ ਸਿਗਨੇਚਰ ਕਰਨੇ ਆ ਆਪਣੀ ਪਟੀਸ਼ਨ ਨੂੰ ਰਜਿਸਟਰ ਕਰਨ ਵਾਸਤੇ। ਯੂ ਹੈਵ ਸਕਸੈਸਫੁਲੀ ਸਾਈਨਡ ਪਟੀਸ਼ਨ ਰੈਫਰੈਂਸ ਨੰਬਰ EN20। ਮੇਰੀ ਪਟੀਸ਼ਨ ਰਜਿਸਟਰ ਹੋ ਚੁੱਕੀ ਹੈ ਤੇ ਆ ਦੇਖੋ ਥੈਂਕ ਯੂ ਅਨਮੋਲ ਬਾਜਵਾ, ਯੂ ਹੈਵ ਨਾਓ ਸਾਈਨ ਦਿਸ ਪਟੀਸ਼ਨ ਐਂਡ ਦੇयर ਆਰ 7416 ਸਿਗਨੇਚਰ ਔਨ ਦਿਸ ਪਟੀਸ਼ਨ। ਮੈਂ ਤੁਹਾਨੂੰ ਫਿਰ ਕਹਿ ਰਿਹਾ ਮੇਰੇ ਦੋਸਤੋ, ਤੁਸੀਂ ਵੱਧ ਤੋਂ ਵੱਧ ਜਿੰਨੇ ਹੋ ਸਕਦੇ ਨੇ ਉਹਨੇ ਤੁਸੀਂ ਪਟੀਸ਼ਨ ਰਜਿਸਟਰ ਕਰਾਓ ਤਾਂ ਕਿ ਆਸਟ੍ਰੇਲੀਅਨ ਸਟੂਡੈਂਟਸ ਨੂੰ ਲੈ ਕੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਬਹੁਤ ਹੀ ਜਲਦੀ ਵੱਡੀ ਅਪਡੇਟ ਆਏ ਤੇ ਸਾਨੂੰ ਸਾਰਿਆਂ ਨੂੰ ਐਗਜ਼ੈਂਪਸ਼ਨ ਮਿਲੇ ਆਸਟ੍ਰੇਲੀਆ ਜਾਣ ਦੀ। ਇਸੀ ਦੇ ਨਾਲ ਹੇਮਕੁੰਟ ਐਜੂਕੇਸ਼ਨ ਐਂਡ ਕੰਸਲਟੈਂਟ ਨਾਲ ਜੁੜਨ ਲਈ ਤੁਹਾਡਾ ਬਹੁਤ ਥੈਂਕ ਯੂ। ਹੋਪ ਕਰਨਾ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਲਾਈਕ ਕਰੋ, ਕਮੈਂਟ ਕਰੋ ਤੇ ਮੇਰੇ ਦੋਸਤੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਵਾਸਤੇ ਗੁੱਡ ਨਿਊਜ਼ ਮੈਂ ਲੈ ਕੇ ਆ ਸਕਾਂ।